ਓਏ ਅਸੀਂ ਤਾਂ ਤੁਹਾਨੂੰ ਗੁਰੂਆਂ ਦੇ ਬਰਾਬਰ ਮੰਨ ਲਿਆ ਕਿ ਜੋ ਸਾਨੂੰ ਹੁਕਮ ਦੇਤਾ ਇਹਨਾਂ ਨੇ ਅਸੀਂ ਸਿਰ ਮੱਥੇ ਮੰਨ ਲਿਆ ਤੇ ਤੁਸੀਂ ਕੀ ਕੀਤਾ ਇੱਥੇ ਬੈਠਿਆਂ ਨੇ। ਫਿਰ ਵਿਦੰਤੀ ਜੀ ਤੱਕ ਵੀ ਜਾਏਗੀ ਗੱਲ ਕਿ ਭਾਈ ਤੇਰੇ ਬੈਠਿਆਂ ਸਾਡੇ ਸ਼੍ਰੋਮਣੀ ਕਮੇਟੀ ਦੀ ਕਿਤਾਬ ਲਿਖੀ ਜਾਂਦੀ ਹੈ ਤੇ ਤੁਸੀਂ ਕਾਹਦੇ ਸਾਡੇ ਜਥੇਦਾਰ ਸੀ ਭਾਈ ਤੇ ਪਰਚਾ ਦਰਜ ਕਰਕੇ ਜੇਲ੍ਹ ਸਿੱਟੋ ਇਹਨੂੰ। ਤਾਂ ਫਿਰ ਉਗਲਦੇ ਨੇ ਕਿ ਮੈਂ ਤਾਂ ਲਿਖਿਆ ਨਹੀਂ, ਮੈਨੂੰ ਤਾਂ ਫਲਾਣੇ ਨੇ ਕਹਿ ਕੇ ਲਿਖਵਾਇਆ ਹੈ ਕਿ ਸਿੱਖੀ ਦਾ ਅੰਦੋਲਨ ਹੈ, ਇਹ ਇਤਿਹਾਸ ਦਾ ਅੰਦੋਲਨ ਹੈ। ਨਹੀਂ, ਅਸਲ ਦੇਸ਼ ਦੀ ਧਰਤੀ ਤੇ ਕਬਜ਼ਾ ਕਰਨ ਵਾਲੇ ਲੋਕਾਂ ਦੀਆਂ ਚਾਲਾਂ ਦੇ ਖਿਲਾਫ ਚੱਲਿਆ ਜਾ ਰਿਹਾ, ਲੜਿਆ ਜਾ ਰਿਹਾ ਇੱਕ ਅੰਦੋਲਨ ਹੈ। ਇਹ ਜਦੋਂ IAS ਕਰ ਗਏ, ਜਦੋਂ IPS ਕਰ ਗਏ, ਜਦੋਂ PhD ਕਰ ਗਏ, ਇਹਨਾਂ ਦੀਆਂ ਗੱਲਾਂ ਦੇ ਜਵਾਬ ਪ੍ਰਕਾਸ਼ ਬਾਦਲ ਜਾਂ ਸੁਖਬੀਰ ਬਾਦਲ ਜਾਂ ਲੱਕੜ ਟੁਕੜੇ ਦੇਣਗੇ। ਛੱਡ ਦਿਓ, ਤੁਸੀਂ ਪੜ੍ਹ ਲਓ ਤਕੜੇ ਹੋ ਕੇ। ਤੁਹਾਡੀ ਪੜ੍ਹਾਈ ਚੋਂ ਦੇਸ਼ ਦੀ ਆਜ਼ਾਦੀ ਬਚਣੀ ਹੈ, ਤੁਹਾਡੀ ਪੜ੍ਹਾਈ ਤੋਂ ਤੁਸੀਂ ਬਚਣਾ ਹੈ। ਇਸ ਬੋਰਡ ਨੇ ਇੱਕ ਹੋਰ ਕਰਤੂਤ ਕੀਤੀ, ਮੈਂ ਤੁਹਾਡੇ ਧਿਆਨ 'ਚ ਲਿਆ ਦਿਆਂ। ਇਹਨਾਂ ਨੇ ਪਿੱਛੇ ਕਹਿੰਦੇ ਜੁੱਤੀਆਂ ਡਰਦੇ ਡਰਬੋ ਚਲੀ ਜਾਂਦੇ ਆ, ਹੁਣ ਕਰ ਦੇਣਗੇ ਸਾਰਾ ਕੁਝ ਹੀ ਹੋ ਜਾਣਾ। ਭਗਤ ਸਿੰਘ ਸਾਡੇ ਲਈ ਮਾੜਾ, ਸਾਡੀ ਕੌਮ ਲਈ, ਸਾਡੇ ਲੋਕਾਂ ਲਈ, ਸਾਡੇ ਭਾਰਤ ਲਈ ਮਾੜਾ ਵੀ ਨਹੀਂ ਨਾ ਮਾੜਾ, ਤੇ ਫਿਰ ਸਾਡੇ ਬੱਚਿਆਂ ਨੂੰ ਕਿਉਂ ਨਹੀਂ ਪੜ੍ਹਾਇਆ ਜਾਂਦਾ ਉਹ। ਸੰਗਤ ਜੀ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਜਿਹੜੀ ਲੜਾਈ ਨੂੰ ਲੜ ਰਹੇ ਹਾਂ, ਜੇਕਰ ਇਸ ਲੜਾਈ ਨੂੰ ਸਮਝਣਾ ਹੋਵੇ, ਇੱਥੇ ਜਦੋਂ ਮੈਂ ਆਇਆ ਹੈ ਮਗਰਲੇ ਪਾਸੇ ਮੁੰਡੇ ਸੀਗੇ ਪੱਤਰਕਾਰ ਆਪਣੇ, ਕਾਫੀ ਸਵਾਲ ਹੋਏ ਉਹਨਾਂ ਨੇ ਕੀਤੇ। ਉਹਨਾਂ ਨੇ ਮੇਰੇ ਤੇ ਇੱਕ ਸਵਾਲ ਕੀਤਾ, ਕਹਿੰਦੇ ਜੀ ਤੁਸੀਂ ਤਾਂ ਕਿਸਾਨ ਜਥੇਬੰਦੀ ਵਾਲੇ ਹੋ, ਅੱਜ ਦੇ ਅੰਦੋਲਨ ਨੂੰ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ। ਦੇਖੋ ਦੋਸਤੋ, ਹਕੀਕਤ ਨੂੰ ਅਗਰ ਸਮਝਣ ਦੀ ਅਸੀਂ ਰਤੀ ਭਰ ਵੀ ਕੋਸ਼ਿਸ਼ ਕਰ ਲਈਏ ਤਾਂ ਗੱਲ ਇਹਦੇ ਵਿੱਚ ਵੀ ਉਹੀ ਹੈ। ਆ ਕੋਈ ਇਹਨੂੰ ਐ ਨਾ ਮੰਨ ਕੇ ਬੈਠ ਜੀਏ ਕਿ ਇਹ ਕੋਈ ਧਾਰਮਿਕ ਲੜਾਈ ਹੈ। ਨੋ, ਧਾਰਮਿਕ ਲੜਾਈ ਨਹੀਂ ਹੈ। ਅਸਲ ਲੜਾਈ ਨੂੰ ਜਦੋਂ ਤੁਸੀਂ ਬਰੀਕੀ 'ਚ ਸਮਝੋਗੇ ਤਾਂ ਕਾਫੀ ਗੱਲਾਂ ਪਿਕਚਰ ਤੁਹਾਡੇ ਸਾਹਮਣੇ ਆਊਗੀ, ਬਹੁਤ ਕੁਝ। ਦੇਸ਼ ਆਜ਼ਾਦ ਹੋਇਆ ਆਪਣਾ, ਨੋਟ ਕਰਿਓ, 2 ਖਿੱਤੇ ਵੰਡੇ ਗਏ। ਇੱਕ ਆ ਜਿੱਥੇ ਤੁਸੀਂ ਬੈਠੇ ਹੋ ਪੰਜਾਬ, ਤੇ ਦੂਸਰਾ ਬੰਗਾਲ 'ਚ ਜਾ ਕੇ। ਇਹ 2 ਖਿੱਤੇ ਕਿਉਂ ਵੰਡੇ ਗਏ ਸੀ ਭਲਾ? ਇਹ ਇਸ ਕਰਕੇ ਵੰਡੇ ਗਏ ਸੀ ਕਿ ਤੁਸੀਂ ਆਜ਼ਾਦੀ ਦੀ ਲੜਾਈ ਲੜਨ ਵਾਲੇ ਲੋਕ ਇਸ ਖਿੱਤੇ 'ਚ ਬੈਠੇ ਹੋ, ਇਸ ਕਰਕੇ ਇਸ ਖਿੱਤੇ ਨੂੰ ਕਮਜ਼ੋਰ ਕਰ ਦਿਓ। ਅੱਧਾ ਖਿੱਤਾ ਪਾਕਿਸਤਾਨ ਨੂੰ ਦੇ ਦਿਓ, ਇਹ ਆਪਸ ਵਿੱਚ ਇੱਕ ਦੂਜੇ ਦੇ ਨਾਲ ਰਲ ਨਾ ਜਾਣ, ਇੱਕ ਦੂਜੇ ਦੇ ਦੁਸ਼ਮਣ ਬਣ ਜਾਣ। ਇਹ ਸੀ ਗੱਲ ਇਹਦੇ 'ਚ। ਆਪਣੇ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਅਗਰ ਕੋਈ ਕੁਰਬਾਨੀਆਂ 'ਚ ਆਇਆ ਹੈ ਤਾਂ ਉਹ ਬੰਗਾਲ ਆਇਆ ਸੀ, ਇਸੇ ਕਰਕੇ ਬੰਗਾਲ ਨੂੰ ਵੰਡਿਆ। ਇੱਥੇ ਨਹੀਂ ਗੱਲ ਮੁੱਕੀ, ਇਹ ਤੋਂ ਅੱਗੇ ਚੱਲਿਓ। ਜਿਹੜਾ ਪੰਜਾਬ ਸੀ ਵੱਡਾ ਪੰਜਾਬ, ਉਸ ਪੰਜਾਬ ਨੂੰ ਕਿੰਨੇ ਹਿੱਸਿਆਂ 'ਚ ਵੰਡਤਾ। ਇਹਦੀ ਹੋਰ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। 2 ਘਰਾਣਿਆਂ ਨੇ ਰਾਜਨੀਤੀ ਦੇ ਉੱਤੇ ਕਾਬਜ਼ ਰਹਿਣ ਲਈ SYL ਦਾ ਮੁੱਦਾ ਉਠਾਇਆ। ਮੈਂ ਅੱਜ ਭਰੀ ਸਭਾ 'ਚ ਇੱਕ ਗੱਲ ਦੱਸਣੀ ਚਾਹਣਾ, SYL ਦਾ ਮੁੱਦਾ ਉੱਠ ਹੀ ਨਹੀਂ ਸਕਦਾ ਸੀ ਅਗਰ ਸਾਡੇ ਰਾਜਨੇਤਾਵਾਂ ਦੇ ਵਿੱਚ ਇਮਾਨਦਾਰੀ ਹੁੰਦੀ। ਪਾਣੀ ਦਾ ਮੁੱਦਾ ਸੀ, ਹਰਿਆਣੇ ਨੂੰ ਪਾਣੀ ਦੇਣਾ ਸੀ, ਠੀਕ ਆ, ਦੇਣਾ ਬਣਦਾ ਸੀ। ਸ਼ਾਰਦਾ ਜਮਨਾ ਲਿੰਕ ਚੈਨਲ ਦੀ ਸ਼ਾਇਦ ਤੁਹਾਡੇ ਤੋਂ ਬਹੁਤ ਸਾਰਿਆਂ ਨੇ ਗੱਲ ਸੁਣੀ ਹੋਵੇ ਜਾਂ ਨਾ ਸੁਣੀ ਹੋਵੇ, ਸੁਣ ਲਿਓ। ਸ਼ਾਰਦਾ ਜਮਨਾ ਲਿੰਕ ਚੈਨਲ ਤੇ ਕੰਮ ਹੋਈ ਜਾਂਦਾ ਸੀ, ਉਹ ਬਣਨੀ ਸੀ, ਉਹਦਾ ਪਾਣੀ ਆ ਕੇ ਯਮੁਨਾ 'ਚ ਡਿੱਗਣਾ ਸੀ ਤੇ ਹਰਿਆਣੇ ਨੂੰ ਤੇ ਰਾਜਸਥਾਨ ਦੇ ਵੱਡੇ ਖਿੱਤੇ ਨੂੰ ਪਾਣੀ ਮਿਲਣਾ ਸੀ ਤੇ ਪੰਜਾਬ ਦੇ 3 ਜ਼ਿਲ੍ਹੇ ਉਹਦੇ ਨਾਲ ਸਿੰਜੇ ਜਾਣੇ ਸੀ। ਉਹ ਪ੍ਰੋਜੈਕਟ ਰੋਕਿਆ, ਆਹ ਪ੍ਰੋਜੈਕਟ ਸ਼ੁਰੂ ਕਰਾਇਆ। ਕਿਉਂ ਕਰਾਇਆ? ਤਾਂ ਕਿ ਇਹ ਜਿਹੜੇ ਲੋਕ ਅੰਦੋਲਨਕਾਰੀ ਨੇ, ਗੱਲ ਇੱਥੇ ਨੋਟ ਰੱਖਿਓ,
ਇਹ ਜਿਹੜਾ ਅੰਦੋਲਨਕਾਰੀਆਂ ਦਾ ਖਿੱਤਾ ਹੈ, ਇਹ ਜਿਹੜਾ ਅੰਦੋਲਨਕਾਰੀਆਂ ਦਾ ਘਰ ਹੈ, ਇਹਨੂੰ ਆਪਸ ਵਿੱਚ ਇੰਨਾ ਲੜਾ ਦਿਓ ਕਿ ਇਹ ਕਦੇ ਅੰਦੋਲਨਕਾਰੀ ਇਕੱਠੇ ਨਾ ਹੋ ਜਾਣ। ਇਹ ਸਾਜ਼ਿਸ਼ ਸੀ। ਸਾਨੂੰ ਵੰਡਿਆ ਗਿਆ, ਤਰ੍ਹਾਂ ਤਰ੍ਹਾਂ ਨਾਲ ਵੰਡਿਆ ਗਿਆ। ਅਗਲੀ ਗੱਲ, ਪੱਤਰਕਾਰਾਂ ਨੇ ਸਵਾਲ ਕੀਤਾ ਕਿ ਸਿੱਖ ਇਤਿਹਾਸ ਦੀ ਜਿਹੜੀ ਗੱਲ ਆ ਰਹੀ ਹੈ ਇਹਨੂੰ ਕਿਵੇਂ ਦੇਖਦੇ ਹੋ? ਦੋਸਤੋ, ਆਹ ਖਿੱਤਾ ਜਿਹੜਾ ਹਰਿਆਣਾ ਤੇ ਪੰਜਾਬ, ਇਹ ਉਹ ਖਿੱਤਾ ਹੈ ਜਿੱਥੇ 92% ਕੁਰਬਾਨੀਆਂ ਦੇਣ ਵਾਲੇ ਲੋਕ ਵਸਦੇ ਆ। ਇਹਨੂੰ ਕਿਵੇਂ ਕਮਜ਼ੋਰ ਕੀਤਾ ਜਾ ਸਕਦਾ ਹੈ? ਤਾਂ ਇਤਿਹਾਸ ਦੀ ਇੱਕ ਪੈਰਾ ਪੜ੍ਹ ਲਿਓ। ਜਿਸ ਵੇਲੇ ਵਰਲਡ ਦੇ ਅੰਦਰ ਬਹਾਦਰ ਜਰਨੈਲਾਂ ਦੀ ਪੌਣ ਛਾਣ ਹੋਣ ਲੱਗੀ ਤਾਂ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਤੁਹਾਡਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਕਿਉਂ ਆਇਆ ਭਲਾ? ਪਹਿਲੇ ਨੰਬਰ ਤੇ ਕਿਉਂ ਆਇਆ? ਉਹ ਇਸ ਕਰਕੇ ਆਇਆ ਸੀ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਇਹ ਗੱਲ ਕਹੀ ਸੀ ਕਿ ਬੀਬਾ ਮਾਤਾ ਜੀ, ਅਗਰ ਤੁਹਾਨੂੰ ਇਹ ਹੈ ਕਿ ਤੁਹਾਨੂੰ ਮੇਰੇ ਵਰਗਾ ਪੁੱਤ ਚਾਹੀਦਾ ਹੈ ਤਾਂ ਤੁਸੀਂ ਮੇਰੇ ਮਾਤਾ ਜੀ ਹੋਏ, ਮੈਂ ਤੁਹਾਡਾ ਬੇਟਾ। ਹੈਰਾਨੀਜਨਕ ਗੱਲ, ਇੱਕ ਨੌਜਵਾਨ ਜਰਨੈਲ ਔਰ ਇੱਕ ਨੌਜਵਾਨ ਬੀਬੀ ਨੂੰ ਇਹ ਕਹਿ ਰਿਹਾ ਹੈ ਕਿ ਤੁਸੀਂ ਮੇਰੇ ਮਾਤਾ ਹੋਏ। ਇਹ ਕਿੱਥੋਂ ਆਈ ਗੱਲ? ਇਹ ਰੜਕਣ ਵਾਲੀ ਗੱਲ ਆ ਪਿਆਰਿਓ। ਇਹ ਗੱਲ ਕਿੱਥੋਂ ਆਈ? ਤਾਂ ਫਿਰ ਖੋਜ ਹੋਰ ਲੰਮੀ ਸ਼ੁਰੂ ਹੋਈ ਤਾਂ ਖੋਜ ਇਹ ਆਈ ਕਿ ਇਹ ਤੇ ਗੁਰੂ ਨਾਨਕ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਨੇ। ਤੇ ਗੁਰੂ ਨਾਨਕ ਕਹਿੰਦਾ ਹੈ ਕਿਉਂ ਜਿਹੜੀ ਧੀ ਜਾਂਦੀ ਹੈ, ਅਗਰ ਤੇਥੋਂ ਛੋਟੀ ਹੈ ਨਾ ਉਹ ਬੀਬੀ ਤਾਂ ਤੇਰੀ ਧੀ ਹੈ, ਅਗਰ ਤੇਰੀ ਉਮਰ ਦੇ ਬਰਾਬਰ ਦੀ ਹੈ ਤਾਂ ਤੇਰੀ ਭੈਣ ਹੈ, ਤੇ ਜੇ ਤੇਰੀ ਉਮਰ ਤੋਂ ਵੱਡੀ ਹੈ ਤਾਂ ਤੇਰੀ ਮਾਂ ਹੈ। ਇਹ ਉਸ ਫਲਸਫੇ ਨੂੰ ਮੰਨਣ ਵਾਲਾ ਹੈ, ਇਸ ਕਰਕੇ ਇਹਨਾਂ ਬਹਾਦਰ ਹੈ। ਤਾਂ ਫਿਰ ਇਹਨਾਂ ਦੀ ਖੂਨ ਦੇ ਵਿੱਚੋਂ ਬਹਾਦਰੀ ਕਿਵੇਂ ਕੱਢੀ ਜਾ ਸਕਦੀ ਹੈ? ਉਸ ਫਲਸਫੇ ਦੀਆਂ ਜੜ੍ਹਾਂ ਕੱਟੀਆਂ ਜਾਣ। ਮੇਰੇ ਦੋਸਤੋ, ਉਸ ਫਲਸਫੇ ਦੀਆਂ ਜੜ੍ਹਾਂ ਕੱਟਣ ਦੇ ਲਈ ਲਗਾਤਾਰ ਯਤਨ ਹੋ ਰਹੇ ਨੇ। ਨੋਟ ਕਰਿਓ ਫਿਰ ਇੱਕ ਗੱਲ ਵੀ ਆਮ ਬੰਦਾ ਸੋਚਣ ਵਾਲਾ ਸੋਚਦਾ ਵੀ ਕੀ ਫਰਕ ਪਏਗਾ। ਮੰਨ ਲਓ ਮੈਂ ਇੱਕ ਜਥੇਬੰਦੀ ਨੂੰ ਚਲਾ ਰਿਹਾ ਹਾਂ, ਮੈਂ ਉਹਦਾ ਪ੍ਰਧਾਨ ਹਾਂ, ਮੈਂ ਗੰਦੇ ਕੰਮ ਕਰਦਿਆਂ, ਮੈਂ ਰਿਸ਼ਵਤਖੋਰੀ ਕਰਦਿਆਂ, ਮੈਂ ਅੰਦੋਲਨ ਵੇਚਣ ਲੱਗ ਜਾ ਤਾਂ ਮੇਰੇ ਬਾਰੇ ਸਾਰੇ ਲੋਕ ਕਹਿਣਗੇ ਕਿ ਤੇ ਨਿਕੰਮਾ ਬੰਦਾ ਹੈ, ਗਲਤ ਹੈ। ਇਤਿਹਾਸ 'ਚ ਵੀ ਇਹੀ ਲਿਖਿਆ ਜਾਏਗਾ। ਤਾਂ ਜੇ ਕਿਤੇ ਚਾਰ ਬੰਦੇ ਖੜੇ ਮੇਰੇ ਬਾਰੇ ਗੱਲ ਕਰਦੇ ਹੋਣ ਤੇ ਕੋਲੇ ਮੇਰਾ ਬੇਟਾ ਖੜਾ ਹੋਵੇ ਤਾਂ ਮੂੰਹ ਨੀਵਾਂ ਕਰਕੇ ਮੇਰਾ ਬੇਟਾ ਉਹਨਾਂ ਕੋਲੋਂ ਚਲਿਆ ਜਾਏਗਾ। ਉਹ ਆਪਣੇ ਆਪ ਨੂੰ ਇਹ ਨਹੀਂ ਮੰਨੇਗਾ, ਉਹ ਇਹ ਨਹੀਂ ਦੱਸਣਾ ਚਾਹੇਗਾ ਕਿ ਮੈਂ ਉਹਦਾ ਪੁੱਤ ਹਾਂ। ਉਹ ਨਹੀਂ ਦੱਸਣਾ ਚਾਹੇਗਾ। ਉਹ ਕਹੇਗਾ ਕਿ ਬੜੀ ਬਦਨਾਮੀ ਕਰਾਈ ਆ ਮੇਰੇ ਪਿਓ ਨੇ, ਮੈਨੂੰ ਤਾਂ ਉਹਦਾ ਪੁੱਤ ਕਹਾਉਂਦਾ ਨੂੰ ਸ਼ਰਮ ਆਉਂਦੀ ਹੈ। ਸਮਝ ਰਹੇ ਹੋ ਗੱਲ ਨੂੰ? ਇਸ ਕਰਕੇ ਸਾਡੇ ਸਤਿਗੁਰਾਂ ਦੇ ਕਿਰਦਾਰ ਨੂੰ, ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਉਹਨਾਂ ਨੂੰ ਲੋਕਾਂ ਦੇ ਸਾਹਮਣੇ ਡਾਕੂ, ਚੋਰ, ਬਦਮਾਸ਼, ਇਹੋ ਜਿਹੇ ਸ਼ਬਦ ਮੈਂ ਕਹਿੰਦਾ ਸਾਡੀ ਜ਼ੁਬਾਨ ਨਹੀਂ ਉਹ ਸ਼ਬਦ ਕਹਿ ਸਕਦੀ ਜਿਹੜੇ ਉਹਨਾਂ ਲੋਕਾਂ ਨੇ ਲਿਖਤੇ। ਔਰ ਅਗਲੀ ਗੱਲ ਇੱਕ ਹੋਰ ਨੋਟ ਕਰਨ ਵਾਲੀ ਹੈ, ਸ਼੍ਰੋਮਣੀ ਕਮੇਟੀ ਬੜੇ ਅੰਦੋਲਨ ਹੋਏ, ਫਿਰ ਗੁਰਦੁਆਰਿਆਂ ਦਾ ਕੰਟਰੋਲ ਆਇਆ ਇਹਨਾਂ ਦੇ ਕੋਲੇ। ਜਾਨਾਂ ਦੇ ਕੇ ਸੌਖਾ ਨਹੀਂ ਆਇਆ, ਲੋਕਾਂ ਦੀਆਂ ਖੱਲਾਂ ਉਤਰੀਆਂ ਨੇ, ਫਿਰ ਇਹ ਕੰਟਰੋਲ ਮਿਲਿਆ, ਫਿਰ ਇਹ ਕਮੇਟੀ ਬਣੀ ਤੇ ਉਸ ਕਮੇਟੀ ਤੇ ਸਾਡਾ ਵਿਸ਼ਵਾਸ ਕਰਨਾ ਬਣਦਾ ਸੀ ਕਿ ਸਾਡੀ ਹੈ। ਤੇ ਉਸ ਕਮੇਟੀ ਦੇ ਹੁੰਦਿਆਂ ਇੱਕ ਕਿਤਾਬ ਲਿਖੀ ਜਾਂਦੀ ਹੈ
ਜਿਹਦੇ 'ਚ ਸਤਿਗੁਰਾਂ ਪ੍ਰਤੀ ਬੜੇ ਅਪਮਾਨਜਨਕ ਸ਼ਬਦ ਵਰਤੇ ਗਏ, ਤੇ ਉਹ ਕਮੇਟੀ ਜਦੋਂ ਕਿਤਾਬ ਲਿਖਾਈ ਕੇ ਛਪਾ ਰਹੀ ਹੈ, ਸਾਡੇ ਦੇਖੋ ਅਸੀਂ ਸਿੱਖ ਕੌਮ, ਅਕਾਲ ਤਖਤ ਤੋਂ ਇੱਕ ਸ਼ਬਦ ਸਾਡੇ ਲਈ ਨਿਕਲ ਜੇ ਨਾ, ਅਸੀਂ ਸਿਰ ਮੱਥੇ ਮੰਨਦੇ ਹਾਂ ਕਿ ਸਾਡੇ ਅਕਾਲ ਤਖਤ ਨੇ ਕਿਹਾ ਹੈ। ਤੇ ਅਕਾਲ ਤਖਤ ਦੇ ਜਥੇਦਾਰ ਬੜੇ, ਮੈਨੂੰ ਕੀ ਲੱਗਦਾ ਹੈ ਅੱਜ ਤੱਕ ਦੇ ਸਭ ਤੋਂ ਸੂਝਵਾਨ ਵਿਦੰਤੀ ਜੀ, ਉਸ ਵੇਲੇ ਉਹ ਕਿਤਾਬ ਲਿਖੀ ਜਾ ਰਹੀ ਹੈ, ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਔਰ ਉਹਨਾਂ ਨੇ ਉਹਦੇ ਤੇ ਕੋਈ ਨੋਟਿਸ ਨਹੀਂ ਲਿਆ। ਹਾਲਾਂਕਿ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਪ੍ਰਕਾਸ਼ ਕੀਤੀ ਗਈ ਕਿਤਾਬ, ਉਹਦੀ ਇੱਕ ਇੱਕ ਲਾਈਨ ਦੇ ਉੱਤੇ ਪੂਰਾ ਉਹਦਾ ਧਿਆਨ ਦੇਣਾ ਬਣਦਾ ਹੈ, ਇੱਕ ਇੱਕ ਸ਼ਬਦ ਦੇ ਉੱਤੇ ਉਹਦੇ ਅਰਥਾਂ ਤੇ ਧਿਆਨ ਦੇਣਾ ਬਣਦਾ ਹੈ ਕਿ ਕਿਤੇ ਮੇਰੀ ਕੌਮ ਨੂੰ ਕੋਈ ਗਲਤ ਰਸਤਾ ਨਾ ਫੜ ਲੈਂਦੀ ਹੋਵੇ, ਇਸ ਕਿਤਾਬ ਦੇ ਵਿੱਚੋਂ ਗਲਤ ਦਿਸ਼ਾ ਨਾ ਮਿਲ ਜੇ। ਤੇ ਇੱਥੇ ਕੀ ਹੋ ਰਿਹਾ ਹੈ, ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਕਿਤਾਬਾਂ ਛਪ ਰਹੀਆਂ ਨੇ ਤੇ ਸਾਡੇ ਸਤਿਗੁਰਾਂ ਦੇ ਇਤਿਹਾਸ ਨੂੰ ਤਰੋੜਿਆ ਮਰੋੜਿਆ ਜਾ ਰਿਹਾ ਹੈ। ਕਾਰਨ ਇੱਕੋ ਹੀ ਹੈ, ਹੋਰ ਕੁਝ ਨਹੀਂ, ਕਿ ਇਹ ਵਾਰ ਆਪਣੇ ਤੇ ਕਿਉਂ ਹੋਇਆ ਹੈ। ਇਹ ਫਿਰ ਸੋਚਣ ਵਾਲੀ ਗੱਲ ਹੈ ਕਿ ਇਹ ਵਾਰ ਆਪਣੇ ਤੇ ਕਿਉਂ ਹੋਇਆ ਹੈ। ਇਹ ਵਾਰ ਆਪਣੇ ਤੇ ਪਿਆਰੋ ਇਸ ਕਰਕੇ ਹੋ ਰਿਹਾ ਹੈ ਕਿ ਇਸ ਖਿੱਤੇ ਦੇ ਲੋਕ, ਉਹ ਗੁਰੂ ਨਾਨਕ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਇੱਥੇ ਵਸਦੇ ਨੇ। ਇਹਨਾਂ ਦੇ ਖੂਨ ਦੇ ਵਿੱਚ ਲੜਨ ਦਾ ਮਾਦਾ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਸਭ ਤੋਂ ਮੋਹਰੀ ਹੋ ਕੇ ਲੜੇ ਨੇ ਲੋਕ। ਇਸ ਕਰਕੇ ਇਸ ਖਿੱਤੇ ਦੇ ਲੋਕਾਂ ਨੂੰ ਇਹਨਾਂ ਦੀ ਸੋਚ ਨੂੰ ਖੁੰਡਿਆ ਕਰਨਾ ਤੇ ਸੋਚ ਨੂੰ ਖੁੰਡਿਆ ਕਰਨ ਦੇ ਲਈ ਯਤਨਸ਼ੀਲ ਰਹੇ ਨੇ, ਤਾਂ ਕਿ ਇਹ ਜਿੱਥੋਂ ਊਰਜਾ ਲੈਂਦੇ ਨੇ, ਜਿੱਥੋਂ ਇਹਨਾਂ ਨੂੰ ਸ਼ਕਤੀ ਮਿਲਦੀ ਹੈ, ਉਹ ਸ਼ਕਤੀ ਦਾ ਸੋਰਸ ਹੀ ਬਰਬਾਦ ਕਰ ਦਿਓ। ਇਹਨਾਂ ਨੂੰ ਇਹ ਲੱਗਣ ਲੱਗ ਪਏ ਕਿ ਸਾਡੇ ਗੁਰੂ ਤੇ ਸ਼ਾਇਦ ਇਹੋ ਜਿਹੇ ਹੋਣਗੇ। ਲੋਕ ਉਹਨਾਂ ਦੇ ਦੱਸੇ ਹੋਏ ਰਾਹਾਂ ਤੇ ਚੱਲਣ ਤੋਂ ਪਿੱਛੇ ਹਟ ਜਾਣ ਤੇ ਇਹਨਾਂ ਲੋਕਾਂ ਨੂੰ ਕੁੱਟਣਾ ਸੌਖਾ ਹੋ ਜਾਏ। ਕੁੱਟਣਾ ਕਿਉਂ ਸੌਖਾ ਹੋ ਜਾਏ, ਕਿਉਂ ਵਾਰ ਹੋਇਆ, ਇਹ ਵੀ ਗੱਲ ਸਮਝ ਲਿਓ। ਸਮਾਂ ਕਿੰਨਾ ਕਰੇ, ਇਹ ਵੀ ਗੱਲ ਸਮਝਣ ਵਾਲੀ ਹੈ ਕਿ ਇਹ ਵਾਰ ਤੁਹਾਡੇ ਤੇ ਕਿਉਂ ਹੋਇਆ ਹੈ। ਸਾਰੇ ਪੜ੍ਹੇ ਲਿਖੇ ਵੀਰ ਇਕੱਠੇ ਹੋਏ ਹੋ। ਦੇਸ਼ ਦਾ ਇਤਿਹਾਸ, ਜਿਸ ਵੇਲੇ ਕਨਸਟੀਟਿਊਸ਼ਨ ਲਿਖਿਆ ਜਾ ਰਿਹਾ ਹੈ, ਸੰਵਿਧਾਨ, ਉਹ ਲਗਭਗ 296-97 ਆਦਮੀ ਨੇ ਜਿਹੜੇ ਉਹ ਇਤਿਹਾਸ, ਉਹ ਸਾਡਾ ਸੰਵਿਧਾਨ ਲਿਖ ਰਹੇ ਨੇ। ਏਡੀ ਵੱਡੀ ਕਮੇਟੀ ਹੈ, ਔਰ ਏਡੀ ਵੱਡੀ ਕਮੇਟੀ ਦਾ ਲਿਖਿਆ ਸੰਵਿਧਾਨ, ਮੇਰਾ ਖਿਆਲ ਹੈ ਉਹਨੂੰ ਛੇਤੀ ਕੀਤੇ ਛੇੜਛਾੜ ਕਰਨ ਦੀ ਲੋੜ ਨਹੀਂ। ਤੇ ਸਭ ਤੋਂ ਪਹਿਲੀ ਸੋਧ ਕਦੋਂ ਹੁੰਦੀ ਹੈ, ਜਿਨ੍ਹਾਂ ਨੇ ਪੋਲਿਟਿਕਸ ਪੜ੍ਹੀ ਉਹਨਾਂ ਨੂੰ ਪਤਾ ਹੋਏਗਾ। ਸਭ ਤੋਂ ਪਹਿਲੀ ਸੋਧ ਜੂਨ 1951 ਨੂੰ ਹੁੰਦੀ ਹੈ। ਕੌਮ ਨੂੰ ਮਿਲਦਾ 26 ਜਨਵਰੀ 1950 ਨੂੰ, ਤੇ ਪਹਿਲੀ ਸੋਧ 1951, 1.5 ਸਾਲ ਬਾਅਦ। ਉਹਦੇ ਚ ਕੀ ਲਿਖਿਆ ਹੈ ਸਮਝਿਓ ਜੇ। ਹੁਣ ਇਹ ਉਹਦੇ ਚੋਂ ਚੱਲਣੀਆਂ ਨੇ ਸਾਰੀ ਕਹਾਣੀ। ਉਹਦੇ ਚ ਚੱਲਿਆ ਕਿ ਸੰਵਿਧਾਨ ਦੇ 8 ਅਧਿਆਏ ਨੇ, ਇਹਨੂੰ ਅੱਜ ਇੱਕ 9ਵਾਂ ਅਧਿਆਇ ਦਿੱਤਾ ਜਾਂਦਾ ਹੈ। ਪਹਿਲੀ ਸੋਧ ਆ, ਸੁਣ ਲਿਓ ਧਿਆਨ ਨਾਲ। ਇਹ ਜਿਹੜਾ 9ਵਾਂ ਅਧਿਆਇ ਹੈ, ਇਹਦੇ ਵਿੱਚ ਜਿੰਨੇ ਵੀ ਕਾਨੂੰਨ ਦਰਜ ਕੀਤੇ ਜਾਣਗੇ, ਉਹਨਾਂ ਕਾਨੂੰਨਾਂ ਦੇ ਖਿਲਾਫ ਹਿੰਦੁਸਤਾਨ ਦੇ ਲੋਕ, ਭਾਰਤ ਦੇ ਲੋਕ ਕੋਰਟ ਨਹੀਂ ਜਾ ਸਕਣਗੇ। ਇਹ ਲਿਖਿਆ ਉਹਦੇ ਚ। ਪੜਿਆ ਕਿਸੇ ਨੇ? ਕੌਮੀ ਸੱਜਣੋ ਦੱਸਿਓ, ਨਹੀਂ ਪੜਿਆ? ਇਹ ਲਿਖਿਆ ਉਹ ਦੱਸਿਓ। ਜਿੱਦਾਂ ਉਦਾਂ ਹੀ 1951 ਚ ਇਹ ਕਰਤਾ ਕਿ ਇੱਥੋਂ ਦੇ ਲੋਕ ਕੋਰਟ ਨਾ ਜਾ ਸਕਣ, ਕੋਰਟ ਜਾਣ ਦਾ ਰਾਹ ਬੰਦ ਕਰਤਾ ਲੋਕਾਂ ਦਾ। ਇਮਾਨਦਾਰੀਆਂ ਦੱਸੋ, ਤੁਹਾਡੀ ਗੁਲਾਮੀ ਦਾ ਪੈਰ ਉਦਾਂ ਹੀ ਧਰਿਆ ਗਿਆ। ਅੱਗੇ ਜਾ ਕੇ 1955 ਚ ਫਿਰ 2 ਸੋਧਾਂ ਹੁੰਦੀਆਂ। ਉਹਨਾਂ 2 ਸੋਧਾਂ ਦੇ ਰਾਹੀਂ ਤੁਹਾਡੀ ਐਗਰੀਕਲਚਰ ਨੂੰ, ਇਹ ਅੱਜ ਜਿਹੜੀ ਆ ਗੱਲ ਇਹਦੇ ਨਾਲ ਜੁੜਨੀ, ਨੋਟ ਕਰਿਓ, ਜਿਹੜਾ ਅੱਜ ਸੰਵਿਧਾਨ ਨੂੰ ਤੋੜਿਆ ਜਾ ਰਿਹਾ ਹੈ। ਤੁਹਾਡੀ ਐਗਰੀਕਲਚਰ ਪ੍ਰੋਡਿਊਸ ਜਿੰਨਾ ਹੈ,
ਉਹਨਾਂ ਨੂੰ ਜ਼ਰੂਰੀ ਵਸਤਾਂ ਦੇ ਐਕਟ ਦੇ ਥੱਲੇ ਲਿਆ ਕੇ ਔਰ ਜ਼ਰੂਰੀ ਵਸਤਾਂ ਦੇ ਐਕਟ ਨੂੰ ਉਸ 9ਵੇਂ ਅਧਿਆਏ ਦੇ ਵਿੱਚ ਫਿੱਟ ਕਰਤਾ। ਲੋਕਾਂ ਨੂੰ ਤੁਹਾਡੀਆਂ ਫਸਲਾਂ ਦਾ ਰੇਟ 500 ਰੁਪਈਆ ਦੇ ਦੇ ਸਰਕਾਰ, 50 ਰੁਪਈਆ ਦੇ ਦੇ ਸਰਕਾਰ, 5000 ਦੇ ਦੇ ਸਰਕਾਰ। ਲੋਕਾਂ ਨੂੰ ਉਹਦੇ ਤੇ ਸਬਰ ਕਰਨਾ ਪੈਣਾ। ਕੋਰਟ ਜਾ ਕੇ ਤੁਸੀਂ ਭਾਅ ਨਹੀਂ ਲੈ ਸਕਦੇ। ਹੁਣ ਇਹਦਾ ਮਗਰ ਇਹਦਾ ਕੀ ਸੰਬੰਧ ਹੈ ਦੋਵਾਂ ਦਾ? ਸੰਵਿਧਾਨ ਨੂੰ ਤੋੜ ਦੇ ਵਿੱਚ ਇਹ ਕੁਝ ਲਿਆਉਣਾ ਔਰ ਸਾਡੇ ਇਤਿਹਾਸ ਦੇ ਵਿੱਚ ਤੋੜ ਮਰੋੜ ਕਰਨੇ ਦਾ ਸੰਬੰਧ ਕੀ ਹੈ? ਕਿਉਂਕਿ ਆ ਜਿਹੜੀ ਧਰਤੀ ਆ ਪਿਆਰਿਓ, ਆ ਜਿੱਥੇ ਤੁਸੀਂ ਬੈਠੇ ਹੋ, ਹਿੰਦੁਸਤਾਨ ਦੀ ਇਹ ਧਰਤੀ, ਇਹਦੇ ਤੇ ਬਹੁਤ ਸਾਰੇ ਲੋਕਾਂ ਜਿਹੜੇ ਤੁਸੀਂ ਬਾਹਰ ਘੁੰਮਦੇ ਹੋ, ਤੁਸੀਂ ਨੋਟ ਕਰਿਓ ਜੇ ਮੇਰੀ ਕਹੀ ਗੱਲ ਨੂੰ, ਕਿ ਇਹੋ ਜਿਹੀਆਂ ਰੁੱਤਾਂ ਸਾਰੇ ਵਰਲਡ ਦੇ ਵਿੱਚ ਮਿਲਦੀਆਂ ਕਿਤੇ? ਕਿਉਂ ਵੀ ਦੋਸਤੋ, ਜਿਹੜੇ ਕਿਤੇ ਬਾਹਰ ਗਏ ਦੱਸਿਓ, ਨਹੀਂ ਮਿਲਦੀਆਂ। ਇਹੋ ਜਿਹਾ ਉਤਪਾਦਨ, ਇਹੋ ਜਿਹੀਆਂ ਫਸਲਾਂ ਮਿਲਦੀਆਂ ਕਿਤੇ? ਨਹੀਂ ਮਿਲਦੀਆਂ। ਜੇ ਕੁਝ ਮਿਲਦਾ ਉਹ ਇੱਥੋਂ ਮਿਲਦਾ ਹੈ। ਉਹਨਾਂ ਦੀ ਅੱਖ ਇਹਦੇ ਤੇ ਕਬਜ਼ਾ ਕਰਨ ਦੀ ਹੈ ਤੇ ਸੋਚਿਆ ਸੀ ਕਿ ਜਿਸ ਦਿਨ ਇਹਨਾਂ ਤੇ ਕਬਜ਼ਾ ਕਰਨਾ ਹੈ ਉਹ ਦਿਨ ਜਦੋਂ ਲੈ ਕੇ ਆਉਣਾ ਹੈ, ਜ਼ਮੀਨਾਂ ਦੇ ਮਾਲਕ ਨੇ ਲੋਕ, ਇਹਨਾਂ ਤੋਂ ਲੈਣੀਆਂ ਤੇ ਕਿਵੇਂ ਲੈਣੀਆਂ? ਇਹਨਾਂ ਦਾ ਆਰਥਿਕ ਤੌਰ ਤੇ ਲੱਕ ਤੋੜ ਕੇ ਜ਼ਮੀਨਾਂ ਤੋਂ ਹੱਥ ਖੜੇ ਕਰ ਜਾਣ। ਇੱਕ ਇਹ ਸੋਚ ਸੀ। ਨੰਬਰ 2 ਕਿ ਜਦੋਂ ਜ਼ਮੀਨਾਂ ਤੇ ਕਬਜ਼ਾ ਕਰਾਂਗੇ, ਜ਼ਮੀਨਾਂ ਲਵਾਂਗੇ, ਉਸ ਵੇਲੇ ਇਹ ਲੋਕ ਅੰਦੋਲਨ ਨਾ ਕਰ ਸਕਣ। ਅੰਦੋਲਨਕਾਰੀਆਂ ਵਾਲੀ ਜਿਹੜੀ ਇਹਨਾਂ ਦੀ ਬਿਰਤੀ ਹੈ, ਜਿਹੜੀ ਇਹਨਾਂ ਦੀ ਅੰਦੋਲਨਕਾਰੀਆਂ ਵਾਲੀ ਸੋਚ ਹੈ, ਉਹ ਸੋਚ ਇਹਨਾਂ ਚੋਂ ਖਤਮ ਕਰੋ। ਉਹ ਤਾਂ ਖਤਮ ਹੋਏਗੀ ਅਗਰ ਇਹਨਾਂ ਦੇ ਇਤਿਹਾਸ ਨੂੰ ਮਿਟਾਵਾਂਗੇ ਤਾਂ। ਅਗਰ ਇਹਨਾਂ ਦੀ ਸੋਚ ਨੂੰ ਮਿਟਾਉਣਾ ਹੈ ਤਾਂ ਇਹਨਾਂ ਦਾ ਇਤਿਹਾਸ ਨੂੰ ਮਿਟਾਉਣਾ ਪਏਗਾ। ਸੱਜਣੋ, ਕੋਸ਼ਿਸ਼ ਇੱਕੋ ਹੀ ਹੈ, ਤੁਹਾਡੀ ਜ਼ਮੀਨ, ਤੁਹਾਡੀ ਇਸ ਧਰਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਸਿਰਫ ਇੱਕੋ ਹੀ ਕੋਸ਼ਿਸ਼ ਹੈ ਇਹਨਾਂ ਲੋਕਾਂ ਦੀ। ਔਰ ਦੁੱਖ ਇਸ ਗੱਲ ਦਾ ਹੈ ਕਿ ਸਾਡੇ ਵਾਲੇ ਜਿਨ੍ਹਾਂ ਦੀ ਡਿਊਟੀ ਲੱਗੀ, ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਇਹ ਕੌਮ ਨੂੰ ਸੇਧ ਦੇਣੀ ਹੈ, ਸਾਡੇ ਇਤਿਹਾਸ ਨਾਲ ਕੋਈ ਛੇੜਛਾੜ ਨਾ ਕਰ ਜੇ, ਸਾਡੇ ਇਤਿਹਾਸ ਦੇ ਨਾਲ ਛੇੜਛਾੜੀ ਉਹਨਾਂ ਨੇ ਕੀਤੀ। ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ। ਤਾਂ ਦੋਸਤੋ, ਆਪਣੇ ਕੋਲੇ ਸਮਾਂ ਥੋੜਾ ਹੈ, ਕਦੇ ਗੱਲਾਂ ਹੋਰ ਜਿਹੜੀਆਂ ਨੇ ਬਾਕੀ ਫੇਰ ਕਰਾਂਗੇ, ਆਉਂਦੇ ਰਹਿਣਾ। ਮੇਰੀ ਇੱਕ ਬੇਨਤੀ ਹੈ ਦੋਸਤੋ, ਇਸ ਨੂੰ ਆਪਦੀ ਜ਼ਮੀਨ ਦੇ ਅੰਦੋਲਨ ਨਾਲੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਇਸ ਅੰਦੋਲਨ ਨੂੰ, ਇਹਦੇ ਵਿੱਚ ਭਾਵੇਂ ਕੋਈ ਕਹੇ ਕਿ ਸਿੱਖੀ ਦਾ ਅੰਦੋਲਨ ਹੈ, ਇਹ ਇਤਿਹਾਸ ਦਾ ਅੰਦੋਲਨ ਹੈ, ਨਹੀਂ। ਅਸਲ ਦੇਸ਼ ਦੀ ਧਰਤੀ ਤੇ ਕਬਜ਼ਾ ਕਰਨ ਵਾਲੇ ਲੋਕਾਂ ਦੀਆਂ ਚਾਲਾਂ ਦੇ ਖਿਲਾਫ ਚੱਲਿਆ ਜਾ ਰਿਹਾ, ਲੜਿਆ ਜਾ ਰਿਹਾ ਇੱਕ ਅੰਦੋਲਨ ਹੈ। ਉਹ ਚਾਹੇ ਸਾਡੀ ਕੌਮ ਨੂੰ ਪਾੜਨ ਦੀ ਕੋਸ਼ਿਸ਼ ਸੀ, ਆ ਇੱਕ ਜਿਹੜਾ ਇਹਨਾਂ ਨੇ ਰੱਬ ਮਦਦ ਕਰ ਰਿਹਾ ਤੁਹਾਡੀ, ਇਹ ਐਸੀ ਨਹੀਂ ਗੱਲ। ਕਿਉਂਕਿ ਜਿਹੜਾ ਦਿੱਲੀ 'ਚ ਅੰਦੋਲਨ ਲੜਿਆ, ਉੱਥੋਂ ਤੋਂ ਜਿਹੜੇ ਅਸੀਂ ਜਾਗਰਤ ਹੋ ਕੇ ਨਿਕਲੇ ਆ, ਉਸ ਅੰਦੋਲਨ ਦੇ ਵਿੱਚੋਂ ਅੱਜ ਨਿਕਲਿਆ ਅੰਦੋਲਨ ਦਾ ਅਗਲਾ ਆਗਾਜ਼ ਸ਼ੁਰੂ ਨਜ਼ਰ ਆ ਰਿਹਾ ਹੈ। ਇਹ ਉਹਦੇ ਚੋਂ ਨਿਕਲ ਕੇ ਆਇਆ ਹੈ। ਲੋਕਾਂ 'ਚ ਅਵੇਅਰਨੈਸ ਆਈ ਹੈ, ਲੋਕਾਂ ਦੀ ਏਕਤਾ ਬਣੀ ਹੈ। ਜਿਸ ਵੇਲੇ ਜਿਨ੍ਹਾਂ ਲੋਕਾਂ ਨੇ ਪੂਰਾ ਜ਼ੋਰ ਲਾਇਆ ਸੀ ਕਿ ਪੰਜਾਬ ਤੇ ਹਰਿਆਣੇ ਨੂੰ ਜੁੰਡੋ ਜੁੰਡੀ ਕਰਾ ਕੇ ਰੱਖਣਾ, ਗਏ ਅਸੀਂ ਅੱਡੋ ਅੱਡੀ ਸੀ, ਆਏ ਅਸੀਂ ਇਕਜੁੱਟ ਹੋ ਕੇ ਉੱਥੋਂ ਪੰਜਾਬ ਤੇ ਹਰਿਆਣਾ ਇੱਕ ਹੋ ਕੇ ਆਇਆ ਹੈ। ਸਤਿ ਸ੍ਰੀ ਅਕਾਲ। ਤਾਂ ਉੱਥੋਂ ਅਸੀਂ ਏਕਤਾ ਬਣਾ ਕੇ ਆਏ ਆ। ਉਸ ਏਕਤਾ ਦੇ ਵਿੱਚੋਂ ਆ ਨੌਜਵਾਨ ਸਾਡੇ ਵਿੱਚ ਬੈਠੇ ਨੇ, ਜਿਨ੍ਹਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਅਗਰ ਦੁਬਾਰਾ ਆਏਗਾ, ਲੋੜ ਪਏਗੀ, ਇਹ ਨਹੀਂ ਸੰਭਲਦੇ ਤਾਂ ਫਿਰ ਅਸੀਂ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਹਰਿਆਣੇ 'ਚ ਆਵਾਂਗੇ। ਪਰ ਹਜੇ ਜਿਹੜੀ BKU ਏਕਤਾ ਸਿੱਧੂਪੁਰ ਦੀ ਮੈਂ ਜਿਹਦੀ ਗੱਲ ਕਰਦਾ, ਹਜੇ ਤੇ ਇੱਥੇ ਅਸੀਂ ਆ ਇੱਕ ਥੋੜੇ ਜਿਹੇ ਏਰੀਏ ਨੂੰ ਕਿਹਾ ਵੀ ਆ ਜਾਓ, ਆਪਾਂ ਦੇਖਦੇ ਹਾਂ ਉੱਥੇ ਕਿਹੋ ਜਿਹੇ ਹਾਲਾਤ ਨੇ, ਕਿੱਡੇ ਇੱਕ ਵੱਡੀ ਅਗਲੇ ਪ੍ਰੋਗਰਾਮਾਂ 'ਚ। ਤਾਂ ਜੇਕਰ ਇੱਥੇ ਆਪਾਂ ਨੂੰ ਲੋੜ ਪੈਂਦੀ ਹੈ, ਕੋਈ ਇਹੋ ਜਿਹੀ ਗੱਲ ਨਹੀਂ, ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਆਉਣਗੇ। ਸਾਡੀ ਜ਼ਮੀਨ ਦੀ ਲੜਾਈ ਹੈ, ਸਾਡੀ ਸੋਚ ਦੇ ਖਿਲਾਫ, ਇੱਕ ਸ਼ੜਯੰਤਰ ਦੇ ਖਿਲਾਫ ਸਾਡੀ ਲੜਾਈ ਹੈ। ਇਸ ਲੜਾਈ ਨੂੰ ਅਸੀਂ ਹਰ ਹਾਲ 'ਚ ਜਿੱਤਣਾ। ਅਸੀਂ ਆਪਦੀ ਆਉਣ ਵਾਲੀ ਪੀੜ੍ਹੀ, ਅਸੀਂ ਆਪਦੀ ਪੀੜ੍ਹੀ ਦੇ ਵਿੱਚੋਂ ਭਗਤ ਸਿੰਘ ਨਹੀਂ ਗੁਆਚਣ ਦੇਣੇ।
ਆ ਵੀ ਗੱਲ ਯਾਦ ਕਰ ਲਿਓ। ਆ मैं ਜਿਹੜੀ ਗੱਲ ਕਹਿਣੀ ਚਾਹੁੰਦਾ ਹੈ ਇੱਥੋਂ ਦੇ ਸਿਸਟਮ ਨੂੰ, ਜਿਨ੍ਹਾਂ ਦੇ ਬਾਹਰ 'ਚ ਬੈਠੇ ਆ, ਤੁਸੀਂ ਜਿੰਨੇ ਇੱਥੇ ਬੈਠੇ ਹੋ, ਇੱਕ ਗੱਲ ਮੈਨੂੰ ਦੱਸਿਓ ਵੀ ਸਰਕਾਰ ਨੇ ਕਹਿਤਾ ਜਾਂ बोर्ड ने कहता की कहता लो जी 8वीं तक कोई जवाक फेल ही नहीं करना। इन्हों मैं पूछता चेयरमैन नूं या मंत्री नूं, तुसी दसो सारे ईमानदारी नाल आपां गुरु नूं याद करके किसी ने मंग कीती है भी साडे जवाकां नूं फेल ना करियो? ये आई कित्थों? ये आई कित्थों है? ये सज्जनों तुहाडी पनीरी दीयां जड़ां कुतरियां जा रही हैं, क्योंकि जिहड़ी नॉलेज आ, जिहड़ा ज्ञान है, ये गुलाम नहीं होण दिंदा। नॉलेज गुलाम नहीं होण दिंदी, ज्ञान ना होवे इन्हां दे कोले। इस करके इत्थों फरमान जारी होए कि 8वीं तक बच्चे फेल ही नहीं करने। 8वीं तक फेल ना करो, 9वीं इन्हां ने पास ही नहीं होना, 10वीं इन्हां ने पास ही नहीं होनी, +2 करनगे किवें? तो इन्हां दी जड़ा बेड़ा गर्क करने वास्ते यह भी एक बहुत बड़ी साजिश है। कदे फिर गल करांगे। आ साडे जवाक आ जिहड़े बन जांदे आ, अगला कहंदा भी मन लो किसी नाल सुखबीर बादल रोटी खा जाए, किसी स्कूल च आके मुंडे 50 इकट्ठे कीते, 100 इकट्ठा किया, सुखबीर बादल रोटी खा गया। मेरी गल नूं आए ना समझ लो भी मैं किसी एक पोलीटिकल धिर के खिलाफ बोल रहा। तुसीं ऐ दस्सिओ भी फिर जिहड़े बच्चों के नाल सुखबीर बादल रोटी खा गया, वो बच्चे दोबारा बोलना कुछ नहीं तो वो बच्चे दोबारा किताब चक्कणगे? बोलियो क्यों भी दोस्तों, नौजवानों तुसीं दस्सोगे भला नहीं ना चकदे? ते जे कोई मेरे वर्गा प्यो ये कहेगा कि बेटा ना ये तुसीं पढ़न वास्ते काम है तुहाडा, किताबां चक्को, पढ़ो तकड़े होके, अफसर बनना, नेक इंसान बनना है। वो कहे छड्ड बापू यार, किसी थानेदार कोले जाना हुंदा सीगा ते तू बंदा भालदा रहिंदा सीगा भी कौन मेरे नाल जावे। और मेरी बापू सुखबीर नाल सीधी गल आ, तू चिंता किहड़ी गल दी करदा? ते प्यो भी कह दिंदा भी मुंडा बहुत उच्चा टप गया। सज्जनों, मैं नौजवानों मेरी हाथ जोड़ के बेनती है, मेरे बच्चे हो तुसीं, मैं खास करके तुहाडे वास्ते गल कह रहा है, बच जाओ इन्हां लोकां तो। ये स्कूलों ने जा जाके जड़ियां एक बनाते हैं ना, इन्हों का इको ही परपज है कि जेडे ये लोग जेडे पढ़ के अगाह नूं वध रहे ने, ये जो IAS कर गए, जो IPS कर गए, जो PhD कर गए, इन्हां दीयां गल्लां दे जवाब प्रकाश बादल या सुखबीर बादल या लकड़ टुकड़े देणगे? किसी कोले होणगे तुहाडे सवालों के जवाब? ऐतकी नहीं दिते गए। जट्टां के सवालों के जवाब नहीं दिते गए, भजते रहे ने। तो जो इन्होंने सवाल करने वाले एजुकेट होए, उन्होंने सवालों के जवाब नहीं होने। और उन्होंने रोकण वास्ते, एक साजिश है, एक चाल है कि स्कूलों चो फड़ो, राजनीतिक विंग बना लो, इन्होंने आपके नाल तोरो। थोड़े समय के बाद 2 बारी सुखबीर बादल चाह पी गया, 4 रोटी खा गया, एक बार फिर मीटिंग कर गया, तो फिर थोड़े समय बाद भावें कल सुखबीर बादल का बाहर 2-3 बारी नाम लिया कि ऐ ना लगे बंदियां कि मैं कांग्रेसी ना होवां। मैं उन्होंने भी गल करदा, अगले राहुल आके पीछे कर लो तो भी वही बननी आ। सवाल इस गल का दोस्तों कि साडे बच्चे उधरले पासे नूं हो तुरे ते फिर की कहणगे, ले भी वोटां आ गईयां मुंडिओ, मीटिंग करनी है। सुखबीर बाई ने जिवें भूआ दा पुत्त हुंदा है, सुखबीर बाई ने मीटिंग करनी है जी, सारे इलाके के मुंडे इकट्ठे कर ले। हाँ भी फलाना जिहड़ा बूथ है वो बड़ा सेंसिटिव है, ਉਹਦੇ ਤੇ ਕਿਹੜਾ ਮੁੰਡਾ कब्जा करूगा? तो मुंडिया ने फिर ऐ सोचना भी जे भाई के सामने मैं हुणे आउणा आख्या भी मैं करूँ तो किते मैं पिछे ना रह जा। तो भाई उन्होंने सामने ललकरा मार के कहणगे भाई फिक्र ना करो मेरे तो छड्ड। यही कराउणा चाहुंदे है, यही कराउणा चाहुंदे है। तुहानूं हथियार दे के पोलिंग बूथां दे कब्जे करा के तुहाडे ते परचे दर्ज करा के तुहाडी लोड़ बने। कल उन्होंने लोड़ सी तुहानूं फड़न दी, अज तुहाडी लोड़ बन गई जिद्दे परचा दर्ज हो गया सुखबीर बाई दे मगर तुरन दी। बस फिर यही चाहुंदे सी।
ਫਿਰ ਤੁਹਾਡੇ ਕੋਲੋਂ ਹੋਰ ਰਸਤੇ ਹੋਰ ਕੰਮ ਕਰਵਾਉਣੇ ਨੇ, ਉਹ ਕਰਵਾਉਣੇ ਆ। ਸੋ ਇਸ ਕਰਕੇ ਮੇਰੀ ਫਿਰ ਦੁਬਾਰਾ ਮੇਰੇ ਯੂਥ ਨੂੰ, ਮੇਰੇ ਨੌਜਵਾਨਾਂ ਨੂੰ ਬੇਨਤੀ ਆ, ਮੇਰੀ ਮਿਹਨਤ ਹੈ, ਮੇਰੀ ਮਿਹਨਤ ਮੰਨ ਲਓ ਯਾਰ, ਛੱਡ ਦਿਓ, ਤੁਸੀਂ ਪੜ੍ਹ ਲਓ ਤਕੜੇ ਹੋ ਕੇ। ਤੁਹਾਡੀ ਪੜ੍ਹਾਈ ਚੋਂ ਦੇਸ਼ ਦੀ ਆਜ਼ਾਦੀ ਬਚਣੀ ਹੈ, ਤੁਹਾਡੀ ਪੜ੍ਹਾਈ ਚੋਂ ਤੁਸੀਂ ਬਚਣਾ ਹੈ। ਅਗਰ ਤੁਸੀਂ ਕਿਤੇ ਇਹਨਾਂ ਦੇ ਮਗਰ ਲੱਗ ਕੇ ਇਹ ਕੰਮ ਕਰ ਬੈਠੇ ਤਾਂ ਫਿਰ ਗੈਂਗਸਟਰ ਬਣੋਗੇ। ਇਹਨਾਂ ਦੇ ਪਾਲੇ ਸਾਡੇ ਬੱਚੇ ਗੈਂਗਸਟਰ ਬਣਾ ਕੇ ਮੁੜ ਕੇ ਬਾਅਦ ਦੇ ਵਿੱਚ ਮਾਰਦੇ ਆ। ਸੋ ਮੇਰੀ ਇੰਨੀ ਕੁ ਅਪੀਲ ਪ੍ਰਵਾਨ ਕਰ ਲਿਓ, ਇਹ ਲੜਾਈ ਆ ਆਪਣੀ ਹੋਂਦ ਦੀ ਲੜਾਈ ਹੈ। ਇਹਨੂੰ ਐ ਨਾ ਸਮਝ ਲਿਓ ਕਿ ਕੱਲੀਆਂ ਕਿਤਾਬਾਂ ਦੀ ਲੜਾਈ ਹੈ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਉਸ ਕਿਤਾਬ ਦੀ ਲੜਾਈ ਹੈ। ਇਹ ਲੜਾਈ ਹੈ ਕਿ ਸਾਡੀ ਸੋਚ ਨੂੰ ਖੁੰਡਿਆ ਕਰਨਾ ਹੈ। ਇਸ ਬੋਰਡ ਨੇ ਇੱਕ ਹੋਰ ਕਰਤੂਤ ਕੀਤੀ, ਮੈਂ ਤੁਹਾਡੇ ਧਿਆਨ 'ਚ ਲਿਆ ਦਿਆਂ। ਇਹਨਾਂ ਨੇ ਪਿੱਛੇ ਕਹਿੰਦੇ ਜੁੱਤੀਆਂ ਤੋਂ ਡਰਦੇ ਡਰਬੋ ਚਲੀ ਜਾਂਦੇ ਆ, ਹੁਣ ਕਰ ਦੇਣਗੇ ਸਾਰਾ ਕੁਝ ਹੀ ਹੋ ਜਾਣਾ, ਕਿਉਂਕਿ ਸਾਨੂੰ ਇੰਨਾ ਕੁ ਪਤਾ, ਤਜਰਬਾ ਹੋਇਆ ਵਾ ਸਾਡਾ। ਇਹਨਾਂ ਨੇ ਕੀ ਕਰਿਆ ਸੀ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਨਾਂ ਬੱਚਿਆਂ ਦੇ ਸਿਲੇਬਸ ਦੇ ਵਿੱਚੋਂ ਉਹਦਾ ਚੈਪਟਰ ਕੱਢਤਾ, ਪਿੱਛੇ ਕੱਢੀ ਰੱਖਿਆ, ਹੁਣ ਤਾਂ ਫੇਰ ਲੈ ਆਏ। ਜਦੋਂ ਉਹਦਾ ਚੈਪਟਰ ਸਿਲੇਬਸ ਚੋਂ ਕੱਢਤਾ, ਆਵਾਜ਼ ਉੱਠੀ, ਬਹੁਤੇ ਨਹੀਂ ਬੋਲੇ, ਸਿਰਫ ਸਾਡੇ ਅੱਗੇ 2-4 ਕੁ ਸਟੇਜ ਤੋਂ ਬੋਲੇ ਸੀਗੇ ਵੀ ਇਹ ਕਰਤੂਤ ਅਸੀਂ ਜਾਣਦੇ ਹਾਂ। ਤੇ ਸਵਾਲ ਸਾਡਾ ਇਹ ਸੀ ਕਿ ਜੇ ਤਾਂ ਹੁਣ ਤੁਸੀਂ ਮੈਨੂੰ ਦੱਸੋ ਵੀ ਭਗਤ ਸਿੰਘ ਸਾਡੇ ਲਈ ਮਾੜਾ, ਸਾਡੀ ਕੌਮ ਲਈ, ਸਾਡੇ ਲੋਕਾਂ ਲਈ, ਸਾਡੇ ਭਾਰਤ ਲਈ ਮਾੜਾ? ਵੀ ਨਹੀਂ ਨਾ ਮਾੜਾ, ਤੇ ਫਿਰ ਸਾਡੇ ਬੱਚਿਆਂ ਨੂੰ ਕਿਉਂ ਨਹੀਂ ਪੜ੍ਹਾਇਆ ਜਾਂਦਾ? ਉਹ ਜਿਨ੍ਹਾਂ ਲਈ ਮਾੜਾ ਹੈ, ਜਿਨ੍ਹਾਂ ਨੂੰ ਉਹਨੇ ਕੁੱਟਿਆ ਹੈ, ਜਿਨ੍ਹਾਂ ਦਾ ਇੱਥੇ ਜਿਉਣਾ ਹਰਾਮ ਕੀਤਾ ਹੈ, ਉਹ ਚਾਹੁੰਦੇ ਨੇ ਕਿ ਭਗਤ ਸਿੰਘ ਦੀ ਸੋਚ ਹਿੰਦੁਸਤਾਨ ਦੇ ਵਿੱਚ ਨਹੀਂ ਹੋਣੀ ਚਾਹੀਦੀ, ਉਹ ਸੋਚ ਇੱਥੇ ਨਹੀਂ ਹੋਣੀ ਚਾਹੀਦੀ। ਤੇ ਅਸੀਂ ਇਹਨਾਂ ਤੋਂ ਪੁੱਛਿਆ ਸੀ ਕਿ ਅਸੀਂ ਘੇਰਾਂਗੇ, ਜਵਾਬ ਲਵਾਂਗੇ ਕਿ ਭਗਤ ਸਿੰਘ ਦੀ ਸਮਾਧ ਤੇ ਅਗਰ ਤੁਸੀਂ ਸ਼ਰਧਾ ਦੇ ਫੁੱਲ ਭੇਟ ਕਰਨ ਆਉਣੇ ਹੋ ਤਾਂ ਕਾਹਦੇ ਲਈ ਆਏ ਹੋ? ਅਗਰ ਇਹ ਬੰਦਾ ਮਾੜਾ ਹੈ, ਇਹ ਬੱਚਿਆਂ ਦੇ ਪੜਾਉਣ ਦੇ ਕਾਬਿਲ ਨਹੀਂ, ਤਾਂ ਸ਼ਰਧਾ ਦੇ ਫੁੱਲ ਕਾਹਦੇ ਭੇਟ ਕਰਦੇ ਹੋ? ਤੇ ਜੇ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਕਾਬਿਲ ਹੈ ਤਾਂ ਫਿਰ ਸਾਡੇ ਜਵਾਕਾਂ ਨੂੰ ਕਿਉਂ ਨਹੀਂ ਪੜਾਇਆ ਜਾ ਰਿਹਾ? ਫਿਰ ਇਸੇ ਹੀ ਬਿਲਡਿੰਗ ਦੇ ਵਿੱਚੋਂ ਫਰਮਾਨ ਜਾਰੀ ਹੋਇਆ ਕਿ ਇਹਨਾਂ ਨੂੰ ਚੈਪਟਰ ਦੇ ਵਿੱਚ ਪਾਓ, ਇਹਦਾ ਚੈਪਟਰ ਵੀ ਪਾਓ। ਸੋ ਸਾਨੂੰ ਪਤਾ ਹੈ ਇਹ ਇੰਨੀ ਸੱਟ ਝੱਲਣ ਜੋਗਰੇ ਨਹੀਂ ਇਹ ਲੋਕ ਜਿਹੜੇ ਬੈਠੇ ਨੇ। ਪਰ ਇਹ ਵੀ ਗੱਲ ਹੈ, ਆਪਾਂ ਇਸ ਲੜਾਈ ਦੇ ਵਿੱਚੋਂ ਉੱਥੋਂ ਤੱਕ ਪਹੁੰਚਣਾ ਹੈ ਕਿ ਅਸਲ ਜੜ ਕਿੱਥੇ ਹੈ। ਗੁਨਾਹਗਾਰ ਤੇ ਪਰਚਾ ਦਰਜ ਕਰਾਉਣਾ ਹੈ। ਜਿੰਨਾ ਚਿਰ ਪਰਚਾ, ਇਹ ਵਿਭਾਗੀ ਕਾਰਵਾਈਆਂ ਕੁਛ ਨਹੀਂ ਹੁੰਦੀਆਂ, ਵਿਭਾਗੀ ਕਾਰਵਾਈਆਂ ਦੀਆਂ ਗੱਲਾਂ ਆਉਣਗੀਆਂ। ਅਗਰ ਵਿਭਾਗੀ ਕਾਰਵਾਈ ਹੁੰਦੀ ਹੈ ਤਾਂ ਅਗਲਾ ਕਹਿੰਦਾ ਕੁਛ ਨਹੀਂ, ਇਹਦੇ 'ਚ ਕੁਛ ਨਿਬੜਨਾ ਹੀ ਨਹੀਂ। ਅਗਰ ਇਹ ਗੱਲ ਆ ਜਾਂਦੀ ਹੈ ਕਿ ਪਰਚਾ ਦਰਜ ਕਰਕੇ ਜੇਲ੍ਹ 'ਚ ਸਿੱਟੋ ਇਹਨੂੰ, ਤਾਂ ਫਿਰ ਉਗਲਦੇ ਨੇ ਕਿ ਮੈਂ ਤਾਂ ਲਿਖਿਆ ਨਹੀਂ, ਮੈਨੂੰ ਤਾਂ ਫਲਾਣੇ ਨੇ ਕਹਿ ਕੇ ਲਿਖਵਾਇਆ ਹੈ। ਫਿਰ ਚੱਲੇਗੀ ਅਗਾਂਹ ਨੂੰ ਗੱਲ ਕਿ ਕਿਹਨੇ ਲਿਖਵਾਇਆ, ਫਿਰ ਇਹ ਵਿਦੰਤੀ ਜੀ ਤੱਕ ਵੀ ਜਾਏਗੀ ਗੱਲ ਕਿ ਭਾਈ ਤੇਰੇ ਬੈਠਿਆਂ ਸਾਡੇ ਸ਼੍ਰੋਮਣੀ ਕਮੇਟੀ ਦੀ ਕਿਤਾਬ ਲਿਖੀ ਜਾਂਦੀ ਹੈ ਤੇ ਤੁਸੀਂ ਕਾਹਦੇ ਸਾਡੇ ਜਥੇਦਾਰ ਸੀ ਭਾਈ? ਓਏ ਅਸੀਂ ਤਾਂ ਤੁਹਾਨੂੰ ਗੁਰੂਆਂ ਦੇ ਬਰਾਬਰ ਮੰਨ ਲਿਆ ਕਿ ਜੋ ਸਾਨੂੰ ਹੁਕਮ ਦੇਤਾ ਇਹਨਾਂ ਨੇ ਅਸੀਂ ਸਿਰ ਮੱਥੇ ਮੰਨ ਲਿਆ, ਤੇ ਤੁਸੀਂ ਕੀ ਕੀਤਾ ਇੱਥੇ ਬੈਠਿਆਂ ਨੇ? ਇਹ ਕੌਮ ਸਵਾਲ ਕਰੇਗੀ। ਸੋ ਇਸ ਕਰਕੇ ਅੱਜ ਦੀ ਹਾਜ਼ਰੀ ਇੰਨੀ ਕੁ ਪ੍ਰਵਾਨ ਕਰ ਲਿਓ, ਕਦੇ ਅਗਲੀ ਵਾਰੀ ਫੇਰ ਇਕੱਠੇ ਹੋਏ ਤਾਂ ਹੋਰ ਬਹੁਤ ਸਾਰੀਆਂ ਵਿਚਾਰਾਂ ਕਰਾਂਗੇ। ਸੋ ਇੰਨੀ ਹਾਜ਼ਰੀ, ਜੇ ਕਿਸੇ ਨੂੰ ਮੇਰੀ ਗੱਲ ਕੋਈ ਕੌੜੀ ਲੱਗੀ ਹੋਵੇ ਤਾਂ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।